सत श्री अकाल। न्यूज़ 18 पंजाब हरियाणा देख रहे सारे दर्शकों का स्वागत है। मैं हाँ विजयपाल सिंह बराड़। 6 बजे ਦੀਆਂ 6 ਵੱਡੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੰਮ੍ਰਿਤਸਰ ਤੋਂ। 6ਵੀਂ ਵੱਡੀ ਖਬਰ, ਸੀਐਮ ਮਾਨ ਅੰਮ੍ਰਿਤਸਰ ਪਹੁੰਚੇ ਨੇ G20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ। G20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਸੀਐਮ ਅੰਮ੍ਰਿਤਸਰ ਪਹੁੰਚੇ ਨੇ। ਅਧਿਕਾਰੀਆਂ ਦੇ ਨਾਲ ਸੀਐਮ ਵੱਲੋਂ ਮੀਟਿੰਗ ਕੀਤੀ ਗਈ ਹੈ। ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਉੱਥੇ ਸੰਬੰਧਿਤ ਅਫਸਰਾਂ ਦੇ ਨਾਲ ਸੀਐਮ ਨੇ ਮੀਟਿੰਗ ਕੀਤੀ ਹੈ। 15 ਤੋਂ 17 ਮਾਰਚ ਤੇ 19 ਤੋਂ 20 ਮਾਰਚ ਸੰਮੇਲਨ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਣਾ ਹੈ। ਉਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ। ਉਸ ਜਗ੍ਹਾ ਤੇ ਜਿੱਥੇ ਸੰਮੇਲਨ ਕਰਾਇਆ ਜਾਣਾ ਹੈ, ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਉਸ ਜਗ੍ਹਾ ਤੇ, ਸੰਮੇਲਨ ਵਾਲੀ ਜਗ੍ਹਾ ਤੇ ਜਿੱਥੇ ਸੰਮੇਲਨ ਕਰਵਾਇਆ ਜਾਣਾ ਹੈ। ਸੋ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੀਐਮ ਅੰਮ੍ਰਿਤਸਰ ਪਹੁੰਚੇ ਨੇ ਔਰ ਜਾਇਜ਼ਾ ਲਿਆ ਹੈ G20 ਸੰਮੇਲਨ ਦੀਆਂ, ਕਿਉਂਕਿ ਪਹਿਲਾਂ ਐਸੀਆਂ ਖਬਰਾਂ ਆਈਆਂ ਕਿ G20 ਸੰਮੇਲਨ ਸ਼ਾਇਦ ਰੱਦ ਹੋ ਗਿਆ ਜਾਂ ਪੋਸਟਪੋਨ ਹੋ ਸਕਦਾ ਹੈ, ਜਿਨ੍ਹਾਂ ਖਬਰਾਂ ਦਾ ਸਰਕਾਰ ਨੇ ਸਿੱਧੇ ਤੌਰ ਤੇ ਖੰਡਨ ਕੀਤਾ। ਜੋ MP ਗੁਰਜੀਤ ਔਜਲਾ ਦੇ ਬਿਆਨ ਆਏ ਉਸ ਦਾ ਸਰਕਾਰ ਵੱਲੋਂ ਖੰਡਨ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਜਾਂ ਸਾਜ਼ਿਸ਼ਾਂ ਨੇ। ਸੋ ਇਸ ਤਰੀਕੇ ਨਾਲ ਇਹ ਖਬਰ ਬਾਹਰ ਆਈ, ਜਦਕਿ ਗੁਰਜੀਤ ਔਜਲਾ ਦਾ ਵੀ ਬਾਅਦ ਦੇ ਵਿੱਚ ਬਿਆਨ ਆਇਆ ਤੇ ਉਹਨਾਂ ਨੇ ਕਿਹਾ ਕਿ ਨਹੀਂ, ਸਾਡੇ ਕੋਲੇ ਜਾਣਕਾਰੀ ਸੀ ਪਰ ਬਾਅਦ ਦੇ ਵਿੱਚ ਦਬਾਅ ਦੇ ਵਿੱਚ ਇਹ ਚੀਜ਼ ਜਿਹੜੀ ਸੀ ਉਹ ਬਦਲ ਗਈ। ਇਹ ਔਜਲਾ ਕਹਿ ਰਹੇ ਨੇ। ਸੋ ਸੀਐਮ ਪਹੁੰਚੇ ਨੇ, ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। 15 ਤੋਂ 17 ਮਾਰਚ ਤੱਕ ਹੋਣਾ ਹੈ ਤੇ ਫਿਰ 19 ਤੋਂ 20 ਮਾਰਚ ਤੱਕ ਹੋਣਾ ਹੈ G20 ਸੰਮੇਲਨ। ਵਿਦੇਸ਼ਾਂ ਤੋਂ ਜਿਹੜੇ ਨੇ ਮਹਿਮਾਨ ਉਹ ਪਹੁੰਚ ਰਹੇ ਨੇ। ਅੰਮ੍ਰਿਤਸਰ ਸਾਹਿਬ ਨੂੰ ਚੁਣਿਆ ਗਿਆ। ਅੰਮ੍ਰਿਤਸਰ ਸਾਹਿਬ ਵਿਖੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੈਂ ਆਇਆ। ਆਉਣ ਵਾਲੇ ਦਿਨਾਂ 'ਚ G20 ਦੇ 2 ਸੰਮੇਲਨ ਅੰਮ੍ਰਿਤਸਰ ਸਾਹਿਬ 'ਚ ਹੋਣ ਜਾ ਰਹੇ ਨੇ। ਐਜੂਕੇਸ਼ਨ ਅਤੇ ਲੇਬਰ ਤੇ ਉਹਦੀਆਂ ਕੀ ਤਿਆਰੀਆਂ ਨੇ, ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਤੋਂ ਜਾਣਕਾਰੀ ਲਈ ਹੈ। ਔਰ ਕਿਉਂਕਿ ਹਜੇ 10 ਦਿਨ ਹੈਗੇ ਨੇ, ਉਹਨਾਂ 10 ਦਿਨਾਂ 'ਚ ਕੀ ਹੋਰ ਅੱਛਾ ਹੋ ਸਕਦਾ ਹੈ ਤਾਂ ਕਿ ਪ੍ਰਸ਼ਾਸਨ ਜਿਹੜਾ ਦਿਨ ਰਾਤ ਕੰਮ ਕਰੇ। ਔਰ ਵੈਸੇ ਵੀ ਇਕੱਲੇ G20 ਲਈ ਨਹੀਂ, ਅੰਮ੍ਰਿਤਸਰ ਸਾਹਿਬ ਜਿਹੜਾ ਹੈ ਉਹ ਸਾਡਾ ਪਵਿੱਤਰ ਸ਼ਹਿਰ ਹੈ। ਇਹਨੂੰ ਤਾਂ ਸਭ ਤੋਂ ਖੂਬਸੂਰਤ ਸ਼ਹਿਰ ਬਹੁਤ ਚਿਰ ਪਹਿਲਾਂ ਬਣ ਜਾਣਾ ਚਾਹੀਦਾ ਸੀ। ਸੋ ਅਸੀਂ ਇਹਨੂੰ ਇੱਕ ਖੂਬਸੂਰਤ ਸ਼ਹਿਰ ਬਣਾਵਾਂਗੇ ਕਿ ਜਿਹੜਾ ਅੰਮ੍ਰਿਤਸਰ ਇੱਕ ਵਾਰੀ ਆਵੇ ਉਹ ਇੱਕ ਵਾਰੀ ਇਹ ਪ੍ਰਭਾਵ ਜ਼ਰੂਰ ਲੈ ਕੇ ਜਾਵੇ ਕਿ ਹਾਂ ਕਿਤੇ ਗਏ ਸੀ, ਗੁਰੂ ਕੀ ਨਗਰੀ 'ਚ ਗਏ ਸੀ ਮਾਨ ਸਾਹਿਬ। ਤੇ ਬਾਕੀ ਕੱਲ ਜਿਹੜੇ ਨੇ ਅਫਵਾਹਾਂ ਫੈਲਾਈਆਂ ਸੀ ਕਿ ਸ਼ਾਇਦ G20 ਇੱਥੇ ਹੋਣਾ ਹੀ ਨਹੀਂ ਜਾਂ ਹੋਣੀ, ਇਹ ਉਹਨਾਂ ਦੀ ਬਖਲਾਹਟ ਹੈ ਜਾਂ ਉਹਨਾਂ ਦੀ ਇਹ ਕੱਲ ਕਹਿ ਲਓ ਕਿ ਜਲਦਬਾਜ਼ੀ ਹੈ ਕਿ ਉਹ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਜਾਂ ਗੌਰਮੈਂਟ ਨੂੰ ਬਦਨਾਮ ਕਰਨ ਲਈ, ਇੱਥੋਂ ਤੱਕ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਕੋਈ ਮੌਕਾ ਨਹੀਂ ਛੱਡਦੇ। ਭਾਵੇਂ ਉਹ ਖਬਰ ਗਲਤ ਹੀ ਹੋਵੇ ਪਰ ਕਹਿੰਦੇ ਇੱਕ ਵਾਰੀ ਪ੍ਰੈਸ ਕਾਨਫਰੰਸ ਕਰ ਦੋ ਤਾਂ ਆਪਣੇ ਤੋਂ ਪਹਿਲਾਂ ਨਾ ਕੋਈ ਗਾਲਾਂ ਕੱਢ ਜੇ ਭਗਵੰਤ ਮਾਨ ਨੂੰ। ਸੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਪੰਜਾਬ ਜਿਹੜਾ ਹੈ ਉਹ ਇੰਟਰਨੈਸ਼ਨਲ ਸਮਿਟ ਕਰਾਉਣ ਦੇ ਕਾਬਿਲ ਹੈ। ਵੱਡੇ ਵੱਡੇ ਫੰਕਸ਼ਨ ਪੰਜਾਬ ਜਿਹੜਾ ਹੋਸਟ ਕਰ ਚੁੱਕਿਆ ਹੈ। ਸੋ ਇਸ ਕਰਕੇ G20 ਸੰਮੇਲਨ ਐਸਾ ਹੋਊਗਾ, ਪੂਰੇ ਦੇਸ਼ ਦੇ ਵਿੱਚ 200 G20 ਸੰਮੇਲਨ ਹੋ ਰਹੇ ਨੇ ਕੈਟਾਗਰੀ ਵਾਈਜ਼, ਤੇ ਜਦੋਂ ਰੇਟਿੰਗ ਹੋਵੇ ਤਾਂ ਪੰਜਾਬ ਦਾ ਨੰਬਰ ਪਹਿਲਾ ਆਵੇ ਇਸ ਮਾਮਲੇ 'ਚ ਕਿ ਅਸੀਂ ਵੈਸੇ ਵੀ ਮੇਜ਼ਬਾਨੀ ਲਈ ਮੰਨੇ ਹੋਏ ਹਾਂ। ਤੇ ਅਗਲੀ ਵੱਡੀ ਖਬਰ, ਬ੍ਰੇਕਿੰਗ ਨੰਬਰ 5, ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾ ਮਾਮਲਾ ਹੈ, ਜਿੱਥੇ ਲਿਫਟ ਦੇ ਅੰਦਰ 2 ਨੌਜਵਾਨ ਆਪਸ ਦੇ ਵਿੱਚ ਭਿੜ ਗਏ। ਨੌਜਵਾਨਾਂ ਦੀ ਲੜਾਈ ਕਰਕੇ ਲਿਫਟ ਟੁੱਟ ਗਈ ਔਰ ਇੱਕ ਨੌਜਵਾਨ ਦੀ ਮੌਤ ਹੋ ਗਈ, ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ। ਗੁਰੂ ਨਾਨਕ ਦੇਵ ਹਸਪਤਾਲ ਦੀ ਇਹ ਘਟਨਾ ਹੈ ਜਿੱਥੇ ਲਿਫਟ ਦੇ ਅੰਦਰ 2 ਨੌਜਵਾਨ ਆਪਸ ਦੇ ਵਿੱਚ ਲੜ ਪਏ ਔਰ ਇਸ ਕਦਰ ਲੜੇ ਕਿ ਲਿਫਟ ਟੁੱਟ ਗਈ ਔਰ ਉਸ ਲਿਫਟ ਟੁੱਟਣ ਦੀ ਵਜ੍ਹਾ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ। ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ। ਹਾਲਾਂਕਿ ਉਸ ਦੀ ਵਜ੍ਹਾ ਕੀ ਸੀ, ਕਿਉਂ ਇਹ ਹੰਗਾਮਾ ਹੋਇਆ, ਕਿਉਂ ਇਹ ਲੜਾਈ ਹੋਈ, ਇਹ ਹਲੇ ਜਾਂਚ ਦਾ ਵਿਸ਼ਾ ਹੈ ਕਿ ਵਜ੍ਹਾ ਕੀ ਸੀ, ਕਿਉਂ ਇਹ ਸਭ ਕੁਝ ਉੱਥੇ ਹੋਇਆ। ਸੋ ਅੰਮ੍ਰਿਤਸਰ ਤੋਂ ਇਹ ਜਿਹੜੀ ਮੰਦਭਾਗੀ ਘਟਨਾ ਹੈ ਇਹ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ 2 ਨੌਜਵਾਨ ਆਪਸ ਦੇ ਵਿੱਚ ਭਿੜੇ ਔਰ ਉਸ ਵਜ੍ਹਾ ਨਾਲ ਲਿਫਟ ਟੁੱਟ ਗਈ, ਜਿਸ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ। ਰਿਸੀਵ ਹੋਈ ਸੀ ਕਿ ਗੁਰੂ ਨਾਨਕ ਦੇਵ ਹਸਪੀਟਲ 'ਚ 2 ਨੌਜਵਾਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਹੈ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਵੀ ਹੋ ਗਈ ਹੈ।
ਜਦੋਂ ਅਸੀਂ ਮੌਕੇ ਤੇ ਜਾ ਕੇ ਹੁਣ ਹਾਲਾਤ ਦੇਖੇ ਆ ਤੇ ਜੋ ਡਿਸੀਜ਼ਡ ਆ ਜਿਹਦੀ ਡੈਥ ਹੋਈ ਆ, ਇਹ ਰਾਜਵੀਰ ਸਿੰਘ ਜੋ ਕਿ ਛੱਜਲਵੱਡੀ ਦਾ ਰਹਿਣ ਵਾਲਾ ਸੀ। ਇਸ ਦਾ ਭਰਾ ਸਾਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਤੇ ਉਸ ਦੀ ਕਿਸੇ ਗਾਰ ਦੇ ਵਿੱਚ ਇੱਥੇ ਹਸਪੀਟਲ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਤੇ ਉਹ ਆਪਣੇ ਬ੍ਰਦਰ ਲਈ ਖਾਣਾ ਵਗੈਰਾ ਲੈ ਕੇ ਆਇਆ ਸੀ। ਤੇ ਜੋ ਦੂਸਰੀ ਧਿਰ ਆ ਸਤਿੰਦਰ ਸਿੰਘ ਜੋ ਕਿ ਮੁਸਤਾਬਾਦ ਦਾ ਰਹਿਣ ਵਾਲਾ ਸੀ, ਇਸ ਦੀ ਵਾਈਫ ਦੇ 3-4 ਦਿਨ ਪਹਿਲਾਂ ਬੱਚਾ ਹੋਇਆ ਵਾ ਤੇ ਆਪਣੀ ਵਾਈਫ ਕੋਲ ਰਹਿ ਰਿਹਾ ਸੀਗਾ। ਇਹਨਾਂ ਦੀ ਕਿਸੇ ਕਾਰਨ ਕਰਕੇ ਆਪਸ ਦੇ ਵਿੱਚ ਝੜਪ ਹੋਈ ਹੈ। ਝੜਪ ਤੋਂ ਬਾਅਦ ਜਦੋਂ ਇਹ ਗਰਾਊਂਡ ਫਲੋਰ ਤੋਂ ਦੂਸਰੀ ਫਲੋਰ ਤੇ ਥਰੂ ਲਿਫਟ ਆਉਂਦੇ ਨੇ ਤਾਂ ਲਿਫਟ ਤੋਂ ਬਾਹਰ ਨਿਕਲਦੇ ਵੀ ਇਹ ਆਪਸ ਦੇ ਵਿੱਚ ਝਗੜਦੇ ਨੇ। ਜਿੱਥੋਂ ਦੇ ਸਾਨੂੰ ਕੁਝ ਆਈ ਵਿਟਨੈਸ ਵੀ ਮਿਲੇ ਨੇ, ਜਿਸ ਬੰਦਿਆਂ ਨੇ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਵਾ ਕਿ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਆ ਤਾਂ ਦੋਨੇ ਹੱਥੋਂ ਪਾਈ ਜਦੋਂ ਆਪਸ 'ਚ ਹੁੰਦੇ ਨੇ ਤਾਂ ਇਹ ਜੋ ਨਾਲ ਦੀ ਲਿਫਟ ਹੈ ਜੋ ਕਿ ਬੰਦ ਹਾਲਤ ਦੇ ਵਿੱਚ ਹੈ ਤੇ ਲਿਫਟ ਦੇ ਵਿੱਚ ਟਕਰਾਉਂਦੇ ਨੇ ਤੇ ਇਹ ਦੋਨੋਂ ਨੌਜਵਾਨ ਹੀ ਇਕੱਠੇ ਹੀ ਸੈਕੰਡ ਫਲੋਰ ਤੋਂ ਪਹਿਲੀ ਫਲੋਰ ਤੇ ਡਿੱਗ ਪੈਂਦੇ ਨੇ, ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਤੇ ਦੂਸਰਾ ਕਾਫੀ ਸੀਰੀਅਸ। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 4, ਕੋਟਕਪੂਰਾ ਗੋਲੀकांड ਤੇ ਸਿੱਟ ਵੱਲੋਂ ਸਾਬਕਾ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਕਰੀਬ 6 ਘੰਟੇ ਤੱਕ ਇਹ ਪੁੱਛਗਿੱਛ ਹੋਈ ਹੈ। ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਉਸ ਵੇਲੇ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਬਰਾੜ ਨੂੰ ਬੁਲਾਇਆ ਗਿਆ ਸੀ ਪੁੱਛਗਿੱਛ ਲਈ ਔਰ ਉਹਨਾਂ ਤੋਂ ਕਰੀਬ 6 ਘੰਟੇ ਤੱਕ ਇਹ ਪੁੱਛਗਿੱਛ ਹੋਈ ਹੈ ਸਾਰੇ ਸਾਬਕਾ ਅਧਿਕਾਰੀਆਂ ਤੋਂ। ਸਾਬਕਾ ਏਡੀਜੀਪੀ ਰੋਹਿਤ ਚੌਧਰੀ ਉਹਨਾਂ ਤੋਂ ਪੁੱਛਗਿੱਛ ਹੋਈ ਹੈ। ਸਾਬਕਾ ਡੀਆਈਜੀ ਆਰਐਸ ਖੱਟੜਾ ਉਹਨਾਂ ਨੂੰ ਸਵਾਲ ਕੀਤੇ ਗਏ ਨੇ ਔਰ ਉਸ ਵੇਲੇ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਸੀ ਗਗਨਦੀਪ ਬਰਾੜ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅੱਜ ਸਿੱਟ ਵੱਲੋਂ। ਕੋਟਕਪੂਰਾ ਮਾਮਲੇ 'ਚ ਅੱਜ ਐਸਆਈਟੀ ਵੱਲੋਂ ਜਿਹੜੇ ਸੀਨੀਅਰ ਆਫੀਸਰ ਸੀਗੇ ਉਸ ਟਾਈਮ ਦੇ ਜਿਹੜੇ ਏਡੀਜੀਪੀ ਆਈਜੀ ਉਹਨਾਂ ਵੱਲੋਂ ਜਿਹੜੀ ਹੈਗੀ ਉਹਨਾਂ ਨੂੰ ਪੁੱਛਗਿੱਛ ਵਾਸਤੇ ਬੁਲਾਇਆ ਗਿਆ ਸੀਗਾ ਤੇ ਸਾਫ਼ ਤੌਰ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ। ਸੀਨੀਅਰ ਆਫੀਸਰ ਜਿਹੜੇ ਹੈਗੇ ਉਹ ਜਿਹੜਾ ਹੈਗਾ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ। ਜਿਹੜੇ ਇਕਬਾਲਪ੍ਰੀਤ ਸਿੰਘ ਸਹੋਤਾ ਉਹ ਇੱਥੇ ਪਹੁੰਚੇ ਸੀਗੇ। ਕਰੀਬ 3 ਤੋਂ 4 ਘੰਟੇ ਦੀ ਪੁੱਛਗਿੱਛ ਹੋਈ ਹੈ। ਇਕਬਾਲਪ੍ਰੀਤ ਸਿੰਘ ਸਹੋਤਾ ਉਸ ਟਾਈਮ ਦੇ ਜਿਹੜੇ ਏਡੀਜੀਪੀ ਸੀਗੇ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਹੁਣ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਕਈ ਜਿਹੜੇ ਪ੍ਰਿੰਸੀਪਲ ਸੈਕਟਰੀ ਉਸ ਸਮੇਂ ਦੇ ਗਗਨਦੀਪ ਸਿੰਘ ਬਰਾੜ, ਉਦੋਂ ਨਾਲ ਇਕਬਾਲਪ੍ਰੀਤ ਸਿੰਘ ਸਹੋਤਾ ਉਸ ਵੇਲੇ ਦੇ ਏਡੀਜੀਪੀ, ਉਸ ਤੋਂ ਇਲਾਵਾ ਆਰਐਸ ਖੱਟੜਾ ਉਸ ਟਾਈਮ ਦੇ ਜਿਹੜੇ ਆਈਜੀ ਸੀਗੇ, ਰੋਹਿਤ ਚੌਧਰੀ ਉਹਨਾਂ ਉਸ ਵੇਲੇ ਦੇ ਏਡੀਜੀਪੀ ਸੀਗੇ। ਕੋਟਕਪੂਰਾ ਜਦ ਇਹ ਪੂਰਾ ਮਾਮਲਾ ਹੋਇਆ ਇਹਨਾਂ ਨੂੰ ਅੱਜ ਸੰਮਨ ਭੇਜ ਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ। ਐਲਕੇ ਯਾਦਵ ਦੀ ਜਿਹੜੀ ਸੁਪਰਵਿਜ਼ਨ 'ਚ ਇਹ ਪੂਰੀ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਗਈ ਹੈ ਅੱਜ ਪੂਰੀ ਪੁੱਛਗਿੱਛ ਹੋਈ ਹੈ। ਕਰੀਬ 3 ਤੋਂ 4 ਘੰਟੇ ਦੀ ਪੁੱਛਗਿੱਛ ਹੋਈ ਹੈ ਕਿਉਂਕਿ ਵੱਖ-ਵੱਖ ਟਾਈਮ 'ਚ ਇਹਨਾਂ ਨੂੰ ਬੁਲਾਇਆ ਗਿਆ। ਸਭ ਤੋਂ ਪਹਿਲਾਂ ਗਗਨਦੀਪ ਸਿੰਘ ਬਰਾੜ ਇੱਥੇ ਪਹੁੰਚਦੇ ਨੇ ਸਵੇਰੇ 11:30 ਵਜੇ ਔਰ ਉਸ ਤੋਂ ਬਾਅਦ 1 ਘੰਟੇ ਬਾਅਦ ਇੱਥੇ ਪਹੁੰਚਦੇ ਨੇ ਜਿਹੜੇ ਇਕਬਾਲਪ੍ਰੀਤ ਸਿੰਘ ਸਹੋਤਾ। ਉਸ ਤੋਂ ਬਾਅਦ ਇੱਥੇ ਆਰਐਸ ਖੱਟੜਾ, ਥੋੜੀ ਦੇਰ ਬਾਅਦ ਇੱਥੇ ਰੋਹਿਤ ਚੌਧਰੀ ਜਿਹੜੇ ਪਹੁੰਚਦੇ। ਹਾਲਾਂਕਿ ਹੋਰ ਵੀ ਜਿਹੜੇ ਸੀਨੀਅਰ ਅਫਸਰ ਨੇ ਜਿਹੜੇ ਉਸ ਟਾਈਮ ਦੇ ਉਹ ਇੱਥੇ ਬੈਠੇ ਨੇ, ਉਹਨਾਂ ਨਾਲ ਲਗਾਤਾਰ ਪੁੱਛਗਿੱਛ ਜਿਹੜੀ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਐਸਆਈਟੀ ਵੱਲੋਂ ਐਲਕੇ ਯਾਦਵ ਨੇ ਚਾਰਜ ਸ਼ੀਟ ਜਿਹੜੀ ਹੈਗੀ ਉਹ ਇਹਦੇ ਵਿੱਚ ਦਿੱਤੀ ਸੀਗੀ ਕੋਰਟ 'ਚ, ਫਰੀਦਕੋਟ ਕੋਰਟ 'ਚ ਔਰ ਉਸ ਤੋਂ ਬਾਅਦ ਇਹਨਾਂ ਨੂੰ ਸੰਮਨ ਕੀਤਾ ਸੀਗਾ ਕਿ ਪੁੱਛਗਿੱਛ ਕਿਉਂਕਿ ਉਸ ਟਾਈਮ ਦੇ ਇਹ ਸਾਰੇ ਸੀਨੀਅਰ ਆਫੀਸਰ, ਕੋਈ ਏਡੀਜੀਪੀ ਸੀਗਾ, ਕੋਈ ਜਿਹੜਾ ਐਸਆਈਟੀ ਦਾ ਉਸ ਟਾਈਮ ਹੈਡ ਸੀਗਾ, ਕੋਈ ਆਈਜੀ ਜਿਹੜੇ ਹੈਗੇ ਉਹ ਸੀਗਾ, ਪ੍ਰਿੰਸੀਪਲ ਸੈਕਟਰੀ ਉਸ ਟਾਈਮ ਦੇ ਪ੍ਰਕਾਸ਼ ਸਿੰਘ ਬਾਦਲ ਦੇ ਰਹੇ ਨੇ ਗਗਨਦੀਪ ਸਿੰਘ ਬਰਾੜ, ਉਹਨਾਂ ਨੂੰ ਵੀ ਅੱਜ ਪੁੱਛਗਿੱਛ ਵਾਸਤੇ ਬੁਲਾਇਆ। ਕਈ ਚੀਜ਼ਾਂ ਦੇ ਸਵਾਲ ਜਵਾਬ ਜਿਹੜੇ ਆ ਉਹ ਕੀਤੇ ਗਏ ਨੇ, ਜਿਹੜੇ ਸੋਰਸਿਸ ਸਾਨੂੰ ਦੱਸ ਰਹੇ ਆ। ਕਈ ਉਸ ਟਾਈਮ ਦੇ ਜਿਹੜੀ ਸਿਚੁਏਸ਼ਨ ਸੀਗੀ, ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀਗੀ, ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਆਰਡਰ ਦਿੱਤੇ ਗਏ ਸੀ, ਬਹੁਤ ਸਾਰੇ ਸਵਾਲ ਜਵਾਬ ਜਿਹੜੇ ਹੈਗੇ ਕਰੀਬ 50 ਤੋਂ ਵੀ ਵੱਧ ਜਿਹੜੇ ਸਵਾਲ ਜਵਾਬ ਇੱਥੇ ਹੋਏ ਨੇ ਤੇ ਇਹ ਹਾਲਾਂਕਿ ਕਈ ਸਵਾਲਾਂ ਦੇ ਜਵਾਬ ਜਿਹੜੇ ਹੈ ਇਹਨਾਂ ਵੱਲੋਂ ਦਿੱਤੇ ਗਏ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਐਸਆਈਟੀ ਦੁਬਾਰਾ ਇਹਨਾਂ ਨੂੰ ਬੁਲਾਉਂਦੀ ਜਾਂ ਫਿਰ ਕਿਸ ਤਰੀਕੇ ਦੀ ਜਿਹੜੀ ਹੈਗੀ ਕਾਰਵਾਈ ਕਰਦੀ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 3, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਗਈ 17 ਮੈਂਬਰੀ ਸਬ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਧਰਨਿਆਂ 'ਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ਦੇ ਮਾਮਲੇ ਤੇ ਸਮੀਖਿਆ ਕੀਤੀ ਗਈ। ਪਹਿਲੀ ਮੀਟਿੰਗ 'ਚ ਸਾਰੇ ਪਹਿਲੂਆਂ ਤੇ ਵਿਚਾਰ ਹੋਇਆ ਹੈ। ਸੋ 17 ਮੈਂਬਰੀ ਸਬ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਔਰ ਇਸ ਕਮੇਟੀ ਦਾ ਮਕਸਦ ਇਹੀ ਸੀ ਕਿ ਵੱਖ-ਵੱਖ ਧਰਨਿਆਂ ਤੇ ਜਾਂ ਹੋਰ ਕਿਸੇ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣਾ ਠੀਕ ਹੈ ਜਾਂ ਨਹੀਂ। ਮਾਹਿਰਾਂ ਦੀ ਇਹ ਕਮੇਟੀ ਬਣਾਈ ਗਈ ਹੈ ਔਰ ਇਸ ਕਮੇਟੀ ਵੱਲੋਂ ਅੱਜ ਪਹਿਲੀ ਮੀਟਿੰਗ ਕੀਤੀ ਗਈ ਹੈ ਔਰ ਵਿਚਾਰ ਹੋਇਆ ਹੈ ਔਰ ਉਸ ਤੋਂ ਬਾਅਦ ਰਿਪੋਰਟ ਜਿਹੜੀ ਹੈ ਉਹ ਸੀਲਬੰਦ ਰਿਪੋਰਟ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੀ ਜਾਏਗੀ ਕਿਉਂਕਿ 15 ਦਿਨਾਂ ਦੇ ਅੰਦਰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਹ ਰਿਪੋਰਟ ਮੰਗੀ ਗਈ ਸੀ। ਅਜਨਾਲਾ ਕਾਂਡ ਜਦੋਂ ਹੋਇਆ ਸੀ, ਅਜਨਾਲਾ ਕਾਂਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਣ ਤੇ ਬਹੁਤ ਬਵਾਲ ਹੋਇਆ, ਬਹੁਤ ਸਵਾਲ ਉੱਠੇ ਔਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਸ ਨੂੰ
ਠੀਕ ਨਹੀਂ ਦੱਸਿਆ ਸੀ ਕਿ ਇਸ ਤਰੀਕੇ ਨਾਲ ਪੁਲਿਸ ਥਾਣੇ ਦੇ ਅੰਦਰ ਲੈ ਕੇ ਜਾਣਾ ਮਹਾਰਾਜ ਦੀ ਸਵਾਰੀ ਨੂੰ ਠੀਕ ਨਹੀਂ ਹੈ। ਸੋ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਮੰਗ ਕੀਤੀ ਸਾਰਿਆਂ ਨੇ ਕਿ ਜਥੇਦਾਰ ਇਸ ਦੇ ਵਿੱਚ ਦਖਲ ਦੇਣ। ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇੱਕ 17 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਔਰ ਅੱਜ ਉਸ ਸਬ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ ਔਰ 15 ਦਿਨਾਂ ਦਾ ਟਾਈਮ ਜਥੇਦਾਰ ਅਕਾਲ ਤਖਤ ਸਾਹਿਬ ਨੇ ਦਿੱਤਾ ਸੀ। ਸੋ ਇਹ ਦੇਖਣਾ ਹੋਏਗਾ ਕਿ ਕੀ ਕਮੇਟੀ ਕੋਈ ਹੋਰ ਮੀਟਿੰਗ ਵੀ ਕਰਦੀ ਹੈ ਅੱਗੇ ਜਾਂ ਇਸੇ ਮੀਟਿੰਗ ਤੋਂ ਬਾਅਦ ਜਿਹੜੀ ਰਿਪੋਰਟ ਹੈ ਉਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਜਾਂਦੀ ਹੈ। ਜਿਹੜੀ ਸਿੰਘ ਸਾਹਿਬ ਜੀ ਦੀ 27/2/2023 ਦੀ ਚਿੱਠੀ ਆ ਉਹਦੇ ਵਿੱਚ ਅਜਨਾਲਾ ਕਾਂਡ ਦਾ ਕੋਈ ਵੇਰਵਾ ਨਹੀਂ। ਉਹਨਾਂ ਨੇ ਉਹ ਮੀਟਿੰਗ ਆਪਣੇ ਜਿਹੜੀ ਸਾਨੂੰ ਚਿੱਠੀ ਭੇਜੀ ਆ ਉਹਦੇ ਵਿੱਚ ਉਹਨੇ ਕਿਹਾ ਵੀ ਆ ਜਿਹੜੇ ਵਿਵਾਦਿਤ ਗ੍ਰਸਤ ਤੇ ਹੋਰ ਜਿਹੜੇ ਹੈਗੇ ਉਹਨਾਂ ਸਥਾਨਾਂ ਦੇ ਉੱਤੇ ਜਿਹੜੇ ਸਰੂਪ ਕਿਸ ਢੰਗ ਦੇ ਨਾਲ ਜਾਣੇ ਚਾਹੀਦੇ ਤੇ ਕੀ ਉਹਨਾਂ ਦੀ ਮਰਿਆਦਾ ਹੋਣੀ ਚਾਹੀਦੀ ਆ ਉਹਦੇ ਸਾਰਿਆਂ ਨੇ ਵਿਚਾਰ ਕੀਤੀ ਆ ਤੇ ਸਾਰੇ ਮੈਂਬਰ ਸਹਿਬਾਨ ਇੱਥੇ ਹਾਜ਼ਰ ਵੀ ਸੀ। ਉਹਨਾਂ ਦੀ ਅਸੀਂ ਵੀਡੀਓਗ੍ਰਾਫੀ ਵੀ ਇਕੱਲੇ ਦੇ ਜਿਹੜੇ ਵਿਚਾਰ ਉਹਨੇ ਪ੍ਰਗਟ ਕੀਤੇ ਆ ਤੇ ਉਹਨਾਂ ਨੇ ਫਿਰ ਇਕੱਠੇ ਹੋ ਕੇ ਸਾਰਿਆਂ ਨੇ ਇੱਕ ਮਤਾ ਵੀ ਪਾਇਆ। ਉਹ ਮਤਾ ਪਾ ਕੇ ਪੀਰ ਮੁਹੰਮਦ ਜਿਹੜੇ ਕਰਨੈਲ ਸਿੰਘ ਕੋਆਰਡੀਨੇਟਰ ਇਸ ਕਮੇਟੀ ਦੇ ਉਹਨਾਂ ਦੇ ਉਹ ਸਪੁਰਦ ਕਰ ਦਿੱਤਾ। ਉਹ ਹੁਣ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਇੱਕ ਅੱਧੇ ਦਿਨ 'ਚ ਉਹਨਾਂ ਦੇ ਉਹ ਜਿਹੜੇ ਆ ਉਹ ਸਪੁਰਦ ਕਰ ਦੇਣ। ਹੋਲੇ ਮਹੱਲੇ ਦੇ ਪੂਰਵ ਚੱਲ ਰਹੇ ਨੇ ਤੇ ਜਥੇਦਾਰ ਸਾਹਿਬ ਦਾ ਸ਼ਡਿਊਲ ਵੀ ਬਹੁਤ ਬਿਜੀ ਹੈ। ਸੋ ਜਿਵੇਂ ਹੀ ਹੋਲਾ ਮਹੱਲਾ ਦੀ ਸਪੂਰਨਤਾ ਹੀ ਹੋਵੇਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਪਾਸੋਂ ਟਾਈਮ ਲੈ ਕੇ ਉਹਨਾਂ ਨੂੰ ਇਹ ਰਿਪੋਰਟ ਸੌਂਪੀ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਆਮ ਤੌਰ ਤੇ ਤੁਸੀਂ ਦੇਖਦੇ ਹੋ ਕਿ ਕਮੇਟੀਆਂ ਵੀ ਬਣਦੀਆਂ, ਕਮਿਸ਼ਨ ਬਣਦੇ ਆ, ਜਾਂਚ ਕਮੇਟੀਆਂ ਬਣਦੀਆਂ ਤੇ ਉਹ ਗਾਂਹ ਦੀ ਗਾਂਹ ਟਾਈਮ ਮੰਗੀ ਜਾਂਦੀਆਂ। ਲੇਕਿਨ ਇੱਥੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕਿ ਪਹਿਲੀ ਮੀਟਿੰਗ ਦੇ ਵਿੱਚ ਹੀ ਗੁਰਮਤਾ ਪਾਸ ਕੀਤਾ ਗਿਆ ਸਰਬਸੰਮਤੀ ਦੇ ਨਾਲ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਆਪਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਆ। ਉਹ ਜਿਹੜੀ ਸਿਫਾਰਿਸ਼ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਸੀਲਬੰਦ ਲਿਫਾਫੇ ਦੇ ਵਿੱਚ ਜਿਹੜੀ ਮੇਰੀ ਡਿਊਟੀ ਲਾਈ ਗਈ ਹੈ ਉਹ ਉਹਨਾਂ ਨੂੰ ਸੌਂਪੀ ਜਾਵੇਗੀ। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 2 ਗੋਇੰਦਵਾਲ ਜੇਲ੍ਹ ਕਾਂਡ 'ਚ 5 ਜੇਲ੍ਹ ਅਧਿਕਾਰੀਆਂ ਨੂੰ ਜ਼ਮਾਨਤ ਮਿਲੀ ਹੈ। ਜੇਲ੍ਹ ਅਧਿਕਾਰੀਆਂ ਦੀ ਪੇਸ਼ੀ ਦੌਰਾਨ ਲੰਬੀ ਬਹਿਸ ਚੱਲੀ। ਖਡੂਰ ਸਾਹਿਬ ਦੀ ਕੋਰਟ ਨੇ ਉਸ ਤੋਂ ਬਾਅਦ ਜ਼ਮਾਨਤ ਦੇ ਦਿੱਤੀ। ਕੱਲ 5 ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਜੇਲ੍ਹ ਅਧਿਕਾਰੀਆਂ ਦੀ ਪੇਸ਼ੀ ਹੋਈ, ਕਾਫੀ ਲੰਬੀ ਬਹਿਸ ਚੱਲੀ ਪਰ ਉਸ ਤੋਂ ਬਾਅਦ ਕੋਰਟ ਨੇ ਜ਼ਮਾਨਤ ਦੇ ਦਿੱਤੀ। ਦਰਅਸਲ ਗੈਂਗ ਵਾਰ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀ ਉਸ ਪਹਿਲਾਂ ਘਟਨਾ ਹੋਈ ਜਿਸ ਦੇ ਵਿੱਚ 2 ਗੈਂਗਸਟਰ ਮਾਰੇ ਗਏ। ਉਸ ਤੋਂ ਬਾਅਦ ਉਸ ਮੌਕੇ ਦੀ ਜਿਹੜੀ ਵੀਡੀਓ ਬਣਾਈ ਗਈ ਉਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਐਕਸ਼ਨ ਕੀਤਾ ਔਰ ਜਿਹੜੇ ਜੇਲ੍ਹ ਦੇ ਅਧਿਕਾਰੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਤੇ ਪੇਸ਼ੀ ਤੋਂ ਬਾਅਦ ਬਹਿਸ ਕਾਫੀ ਲੰਬੀ ਚੱਲੀ। ਉਸ ਤੋਂ ਬਾਅਦ ਇਹਨਾਂ ਜੇਲ੍ਹ ਅਧਿਕਾਰੀਆਂ ਨੂੰ ਜ਼ਮਾਨਤ ਮਿਲ ਗਈ। 26 ਫਰਵਰੀ ਦੀ ਇਹ ਘਟਨਾ ਸੀ ਜਦੋਂ ਜੇਲ੍ਹ ਦੇ ਵਿੱਚ 2 ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਦੀ ਬਹਿਸ ਸੁਣਨ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਨੇ ਕੁਝ ਸਮੇਂ ਲਈ ਜਿਹੜਾ ਫੈਸਲਾ ਰਾਖਵਾਂ ਰੱਖ ਲਿਆ ਸੀਗਾ। ਲਾਅ ਦੇ ਅਕੋਰਡਿੰਗਲੀ ਮਾਨਯੋਗ ਜੱਜ ਸਾਹਿਬ ਨੇ ਬਾਅਦ 'ਚ ਇਹਨਾਂ ਦਾ ਪੁਲਿਸ ਰਿਮਾਂਡ ਡਿਕਲਾਈਨ ਕਰ ਦਿੱਤਾ ਨਹੀਂ ਰਿਮਾਂਡ। ਉਹ ਨਾਲ ਹੀ ਮੌਕੇ 'ਤੇ ਮੌਜੂਦ SHO ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹਨਾਂ ਬੰਦਿਆਂ ਨੂੰ ਜਿਹੜੇ ਅਰੈਸਟ ਕਰਕੇ ਕੋਰਟ 'ਚ ਪੇਸ਼ ਕੀਤੇ ਨੇ ਇਹਨਾਂ ਨਿੱਜੀ ਮੁਚਲਕੇ ਭਰ ਕੇ ਇਹਨਾਂ ਨੂੰ ਤੁਰੰਤ ਰਿਹਾ ਕਰ ਦਿਓ। ਕੇਸ ਰਜਿਸਟਰ ਹੋਇਆ ਸੀਗਾ ਨਾ ਜੀ, ਇਹ ਸੀਗਾ ਬੇਲੇਬਲ ਅਫੈਂਸਿਸ ਹੈ ਇਹ ਸਾਰੇ। ਐਕਚੁਅਲੀ ਇਹਨਾਂ ਦੀ ਲੌਫੁਲ ਤਰੀਕੇ ਨਾਲ ਅਰੈਸਟ ਪਾਈ ਹੀ ਨਹੀਂ ਜਾ ਸਕਦੀ। ਜੇ ਪਾਉਣੀ ਸੀ ਤਾਂ ਇਮੀਡੀਏਟਲੀ ਬੇਲ ਦੇਣੀ ਸੀ ਇਹਨਾਂ ਨੂੰ ਥਾਣੇ ਦੇ ਵਿੱਚ ਹੀ। ਇਹਨਾਂ ਦੀ ਕੱਲ ਦੀ ਲਿਬਰਟੀ ਪੁਲਿਸ ਵੱਲੋਂ ਕਰਟੇਲ ਕਰਕੇ ਇਹਨਾਂ ਨੂੰ ਅੱਜ ਪੇਸ਼ ਕਰਕੇ ਇਵਨ ਰਿਮਾਂਡ ਸੀ ਕੀਤਾ ਜਾ ਰਿਹਾ ਸੀਗਾ 2 ਦਿਨ ਦਾ ਪੁਲਿਸ ਰਿਮਾਂਡ, ਜਿਹੜਾ ਕਿ ਮਾਣਯੋਗ ਅਦਾਲਤ ਨੇ ਦੋਨਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਇਮੀਡੀਏਟਲੀ ਪੁਲਿਸ ਨੂੰ ਡਾਇਰੈਕਸ਼ਨ ਕਰ ਦਿੱਤੀ ਹੈ। ਰਿਮਾਂਡ ਡਿਕਲਾਈਨਡ ਐਂਡ ਉਹਨਾਂ ਨੂੰ ਬੇਲ ਬੌਂਡ ਲੈ ਕੇ ਛੱਡਣ ਵਾਸਤੇ ਕਿਹਾ ਜੀ। ਤੇ ਅੱਜ ਦੀ ਪਹਿਲੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਦੇ ਵਿੱਚ ਖੂਬ ਤਕਰਾਰਬਾਜ਼ੀ ਦਿਖੀ ਹੈ। ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੇ ਵਿਚਕਾਰ। ਦੋਨਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਤਿੱਖੀ ਬਹਿਸ ਹੋਈ। ਬਾਜਵਾ ਵੱਲੋਂ CM ਦੀ ਭਾਸ਼ਾ ਤੇ ਇਤਰਾਜ਼ ਜਤਾਇਆ ਗਿਆ ਔਰ ਕਾਂਗਰਸ ਵੱਲੋਂ ਸਦਨ ਚੋਂ ਵਾਕਆਊਟ ਕਰ ਦਿੱਤਾ ਗਿਆ ਕਿ CM ਵੱਲੋਂ ਜਿਸ ਤਰੀਕੇ ਦੀ ਭਾਸ਼ਾ ਵਰਤੀ ਗਈ ਹੈ ਕਾਂਗਰਸ ਨੇ ਉਸ ਤੇ ਇਤਰਾਜ਼ ਜਤਾਇਆ ਔਰ ਵਾਕਆਊਟ ਕੀਤਾ ਗਿਆ ਕਿ ਮੰਗ ਇਹ ਸੀਗੀ ਕਿ CM ਮਾਫੀ ਮੰਗਣ। ਜੋ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲਿਆ ਵਿਰੋਧੀ ਧਿਰ ਨੂੰ ਉਸ ਨੂੰ ਲੈ ਕੇ ਉਹ ਮਾਫੀ ਮੰਗਣ ਔਰ ਬਾਜਵਾ ਨੇ ਸਪੀਕਰ ਨੂੰ ਵੀ ਮਿਲ ਕੇ ਇਹ ਮੁੱਦਾ ਚੁੱਕਿਆ ਔਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ CM ਮਾਫੀ ਨਹੀਂ ਮੰਗਦੇ ਅਸੀਂ ਵਾਪਸ ਸਦਨ ਦੇ ਵਿੱਚ ਨਹੀਂ ਆਵਾਂਗੇ। ਸੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਜਿਹੜੀ ਸੀ ਉਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਔਰ ਉਹ ਵਾਕਆਊਟ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ। ਬਾਜਵਾ ਜਿਸ ਵੇਲੇ ਬੋਲ ਰਹੇ ਸੀ ਉਸ ਵੇਲੇ CM ਵੱਲੋਂ
ਉਹਨਾਂ ਦਾ ਜਵਾਬ ਦਿੱਤਾ ਗਿਆ। ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਹਿਸ ਸੀ ਔਰ ਕਾਫੀ ਤਲਖੀ ਦੋਨਾਂ ਦੇ ਵਿਚਾਲੇ ਹੋਈ। ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੀ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਨਹੀਂ, ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ, ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਤੇ ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ, ਤੁਸੀਂ ਆਪਣੀ ਪਾਰਟੀ ਬਚਾ ਲਓ। ਪਹਿਲਾਂ ਬਾਤ ਅਸੀਂ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਤੁਹਾਡੀ ਵੀ ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ 1 ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਆ ਪਹਿਲੇ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ। ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਕਿਹੜੇ ਇੱਥੇ ਬੈਠੇ ਨੇ। ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫੇਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ। ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸਸੋਦੀਏ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਹੈ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ। ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਲਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ। ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਹੈਪਨਮੈਂਟ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਉਹ ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। ਇੱਥੇ ਅਸੀਂ ਇਹੀ ਗੱਲ ਕਹਿੰਦੇ ਆ ਜੇ ਸੱਤਾ ਬਦਲ ਗਈ ਸੱਤਾ 'ਚ ਨਹੀਂ ਰਹੇ ਤਾਂ ਮਤਲਬ ਇਹ ਨਹੀਂ ਕਿ ਬਚ ਜਾਓਗੇ। ਚਾਹੇ ਬੀਜੇਪੀ ਚਲੇ ਜਾਓ ਚਾਹੇ ਜੀਜੇਪੀ ਚਲੇ ਜਾਓ, ਜੇ ਪੰਜਾਬ ਦਾ ਪੈਸਾ ਖਾਦਾ ਅੰਦਰ ਹੋਵੋਗੇ। ਮਾਨ ਸਾਹਿਬ ਕੋਈ ਨਹੀਂ, ਤੁਸੀਂ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ ਵਾਂਸ ਅਗੇਨ, ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ। ਅਸੀਂ ਇਹ ਕਹਿ ਰਹੇ ਆ ਫਿਰ ਤਿਆਰੀ ਰੱਖੋ। ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਾਂ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ। ਇੱਥੇ ਬਣ ਕੀ ਰਿਹਾ? ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ।